ਸਵਾਗਤ ਕਰਦੀ ਹਾਂ ਪਿਆਰੇ ਸਾਥੀਓ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਪੋਲ ਸਾਇੰਸ MCQ ਕਰ ਰਹੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਤੋਂ। ਤਾਂ 9ਵੀਂ 10ਵੀਂ ਦੀਆਂ ਕਿਤਾਬਾਂ ਤੋਂ ਅਸੀਂ ਕਰ ਰਹੇ ਹਾਂ। 10ਵੀਂ ਦੀ ਕਲਾਸ ਦੇ ਵਿੱਚੋਂ ਅਸੀਂ ਇੱਕ ਟੌਪਿਕ ਕਰ ਰਹੇ ਹਾਂ ਵੀ ਕੇਂਦਰ ਸਰਕਾਰ। ETT ਸੈਕੰਡ ਪੇਪਰ ਵਿੱਚ ਕੇਂਦਰ ਸਰਕਾਰ ਇੱਕ ਟੌਪਿਕ ਹੈ, ਠੀਕ ਹੈ। ਬਾਕੀ ਪੇਪਰਾਂ 'ਚ ਵੀ ਕੰਮ ਆਵੇਗਾ। SST ਮਾਸਟਰ ਕੇਡਰ 'ਚ ਤਾਂ ਆਉਣਾ ਹੀ ਆਉਣਾ ਹੈ ਇਹ। ਤਾਂ ਫਿਰ NTT ਪੇਪਰ ਹੋ ਗਿਆ, ਹੋਰ ਵੀ ਜਿਸ ਤਰ੍ਹਾਂ ਦੇ ਵੀ ਪੇਪਰ ਨੇ ਉਹਨਾਂ ਵਿੱਚ ਪੋਲ ਸਾਇੰਸ, ਹਲਕੀ ਜੀ ਪੋਲ ਸਾਇੰਸ ਤਾਂ ਆਉਂਦੀ ਹੀ ਆ। ਸੋ ਸਾਰੇ ਜਾਣੇ ਇਹ ਪ੍ਰੈਪਰੇਸ਼ਨ ਜਿਹੜੀ ਆ ਕਰ ਸਕਦੇ ਆ। ਤਾਂ ਕਿਤਾਬ ਨਾਲ ਨਾਲ ਪੜ੍ਹਦੇ ਰਹਿਣਾ, ਟੌਪਿਕ ਨਾਲ ਨਾਲ ਥਿਊਰੀ ਇਹਦੀ ਕਰਦੇ ਰਹਿਣਾ। ਫਿਰ MCQ ਕਰਿਆ ਕਰੋ। ਫਿਰ MCQ ਜਿਹੜੇ ਕਦੇ ਵੀ ਭੁੱਲਦੇ ਨਹੀਂ ਆ। ਫਿਰ ਕਨਸੈਪਟ ਜਿਹੜਾ ਕਲੀਅਰ ਹੁੰਦਾ ਆ, ਠੀਕ ਹੈ। ਪਹਿਲਾਂ ਤੁਸੀਂ ਥਿਊਰੀ ਪੜ੍ਹਦੇ ਹੋ, ਫਿਰ MCQ ਕਰਦੇ ਹੋ, ਫਿਰ ਉਸ MCQs ਫਿਰ ਤੁਹਾਡੇ ਦਿਮਾਗ ਵਿੱਚ ਬੈਠ ਜਾਂਦੇ ਆ। ਫਿਰ ਜਦੋਂ ਕੋਈ ਕੁਇਜ਼ ਚੱਲਦਾ ਆ ਤੁਸੀਂ ਕਰਦੇ ਹੋ। ਇਸ ਤਰ੍ਹਾਂ ਬਾਰ-ਬਾਰ ਰੈਪੀਟੇਸ਼ਨ ਦੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਕਨਸੈਪਟ ਜਿਹੜਾ ਬੈਠ ਜਾਂਦਾ ਆ। ਕਰਦੇ ਆ ਵੀ ਹਿਮਾਚਲ ਦੀਆਂ ਲੋਕ ਸਭਾ ਵਿੱਚ ਕਿੰਨੀਆਂ ਸੀਟਾਂ ਆ, ਠੀਕ ਹੈ ਜੀ। ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਲੋਕ ਸਭਾ ਦੀਆਂ ਪੰਜਾਬ ਤੇ ਪੰਜਾਬ ਦੇ ਆਸੇ-ਪਾਸੇ ਦੇ ਜਿਹੜੇ ਗੁਆਂਢੀ ਰਾਜ ਆ ਉਹਨਾਂ ਦੀਆਂ ਸਾਨੂੰ ਪਤਾ ਹੋਣਾ ਚਾਹੀਦੀਆਂ ਘੱਟੋ ਘੱਟ ਇੰਨੀਆਂ। ਤਾਂ ਜੇ ਸਾਰਿਆਂ ਦੀਆਂ ਨਹੀਂ ਯਾਦ ਰਹਿੰਦੀਆਂ ਤਾਂ ਘੱਟੋ ਘੱਟ ਇੰਨਾ ਤਾਂ ਪਤਾ ਹੋਣਾ ਚਾਹੀਦਾ ਕਿ ਸਾਡੇ ਆਂਢ ਗੁਆਂਢ 'ਚ ਕੀ ਵਿੱਚ ਵਾਪਰ ਰਿਹਾ ਹੈ, ਠੀਕ ਹੈ। ਹਿਮਾਚਲ ਪ੍ਰਦੇਸ਼ ਦੀਆਂ ਲੋਕ ਸਭਾ ਵਿੱਚ ਕਿੰਨੀਆਂ ਸੀਟਾਂ ਹੈ ਵੀ 10 13 4 1। ਕਰੈਕਟ ਆਪਸ਼ਨ ਹੈ ਵੀ 4 ਸੀਟਾਂ ਹਿਮਾਚਲ ਪ੍ਰਦੇਸ਼ ਦੀਆਂ ਲੋਕ ਸਭਾ ਵਿੱਚ। ਕੌਣ ਰਾਜ ਸਭਾ ਦਾ ਪਦੇਨ ਸਭਾਪਤੀ ਹੁੰਦਾ ਆ? ਹਾਂ, ਇਹ ਵੈਰੀ IMP ਕੁਐਸਚਨ, ਇਹਨੂੰ ਨੋਟ ਕਰ ਲੈਣਾ। ਕੌਣ ਰਾਜ ਸਭਾ ਦਾ ਪਦੇਨ ਸਭਾਪਤੀ ਹੁੰਦਾ ਆ ਬਈ? ਸਪੀਕਰ, ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ, ਰਾਸ਼ਟਰਪਤੀ। ਕਰੈਕਟ ਆਪਸ਼ਨ ਹੈ ਵੀ ਇਹ ਉਪ ਰਾਸ਼ਟਰਪਤੀ ਹੁੰਦਾ ਹੈ, ਠੀਕ ਹੈ। ਤਾਂ ਇਸ ਨੂੰ ਤਨਖਾਹ ਵੀ ਇਸੇ ਅਹੁਦੇ ਕਰਕੇ ਮਿਲਦੀ ਆ, ਠੀਕ ਹੈ। ਉਪ ਰਾਸ਼ਟਰਪਤੀ ਹੁੰਦਾ ਆ ਰਾਜ ਸਭਾ ਦਾ ਪਦੇਨ ਸਭਾਪਤੀ, ਠੀਕ ਹੈ ਜੀ। ਚਲੋ, ਰਾਸ਼ਟਰਪਤੀ ਦੀ ਬਿਮਾਰੀ ਜਾਂ ਵਿਦੇਸ਼ ਜਾਣ ਕਾਰਨ ਜਾਂ ਉਸ ਦੀ ਗੈਰ ਹਾਜ਼ਰੀ ਵਿੱਚ ਕੌਣ ਉਹਦਾ ਸੰਭਾਲਦਾ ਹੈ? ਕੌਣ ਸੰਭਾਲਦਾ ਵੇ? ਪ੍ਰਧਾਨ ਮੰਤਰੀ ਸੰਭਾਲ ਲੈਂਦਾ ਆ, ਸਪੀਕਰ, ਰਾਜਪਾਲ ਜਾਂ ਫਿਰ ਉਪ ਰਾਸ਼ਟਰਪਤੀ। ਕਰੈਕਟ ਆਪਸ਼ਨ ਹੈ ਵੀ ਉਪ ਰਾਸ਼ਟਰਪਤੀ, ਠੀਕ ਹੈ ਨਾ। ਰਾਸ਼ਟਰਪਤੀ ਦੀ ਬਿਮਾਰ ਦੀ ਹਾਲਤ ਵਿੱਚ ਜਾਂ ਕਿਤੇ ਉਹ ਵਿਦੇਸ਼ ਚਲੇ ਜਾਂਦੇ ਆ, ਮਤਲਬ ਉਹਨਾਂ ਦੀ ਐਬਸੈਂਸ ਦੇ ਵਿੱਚ ਕੀ ਆ, ਉਪ ਰਾਸ਼ਟਰਪਤੀ ਇਹ ਅਹੁਦਾ ਜਿਹੜਾ ਸੰਭਾਲਦਾ ਆ। ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਵਰਣਨ ਕਿਸ ਅਨੁਛੇਦ ਵਿੱਚ ਹੈ? 352, 356, 360, 358। ਇਹ ਜਿਹੜੇ ਅਨੁਛੇਦ ਹੈ ਨਾ 352, 56 ਤੇ 60, ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰਨਾ ਸਾਰਿਆਂ ਨੇ, ETT ਨੇ ਵੀ, ਠੀਕ ਹੈ। 352, 56, 60 ਸੰਕਟਕਾਲੀਨ ਸ਼ਕਤੀਆਂ ਇਹਨਾਂ ਵਿੱਚ ਕਿਹੜੇ ਅਨੁਛੇਦ ਵਿੱਚ ਆ? 352 ਦੇ ਵਿੱਚ ਆ, ਠੀਕ ਹੈ। ਚਲੋ, ਡਾਕਟਰ ਅਗਲਾ ਪ੍ਰਸ਼ਨ ਦੇਖ ਲੈਣਾ ਧਿਆਨ ਦੇ ਨਾਲ। ਡਾਕਟਰ ਭੀਮ ਰਾਓ ਅੰਬੇਦਕਰ ਨੇ ਕਿਸ ਵਿਅਕਤੀ ਜਾਂ ਅਹੁਦੇ ਦੀ ਤੁਲਨਾ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਨਾਲ ਕੀਤੀ ਆ? ਧਿਆਨ ਨਾਲ ਸਮਝੋ, ਸਵਾਲ ਹੈ ਕੀ ਆ? ਰਾਸ਼ਟਰਪਤੀ ਦੀ, ਪ੍ਰਧਾਨ ਮੰਤਰੀ ਦੀ, ਸਪੀਕਰ ਦੀ, ਸੁਪਰੀਮ ਕੋਰਟ ਦੇ ਜੱਜ ਦੀ। ਕਰੈਕਟ ਆਪਸ਼ਨ ਵੀ ਸਾਡਾ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਨਾ ਉਸ ਦੀ ਤੁਲਨਾ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਕੀਤੀ ਆ, ਠੀਕ ਹੈ ਜੀ। ਕਿਸ ਨੇ ਕੀਤੀ ਆ? ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ। 4 ਗੱਲਾਂ ਆ ਇਹਦੇ ਵਿੱਚ, ਠੀਕ ਹੈ। ਪ੍ਰਧਾਨ ਮੰਤਰੀ ਦੀ ਤੁਲਨਾ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਨਾਲ ਕੀਤੀ। ਕਿਸ ਨੇ ਕੀਤੀ? ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ। ਇਹ ਚੰਗੀ ਤਰ੍ਹਾਂ ਗੱਲ ਦਿਮਾਗ ਵਿੱਚ ਪਾ ਲਓ। ਇਹ ਕੁਐਸਚਨ ਕਿਸੇ ਤਰ੍ਹਾਂ ਵੀ ਮੋਲਡ ਹੋ ਕੇ ਆ ਸਕਦਾ ਆ, ਪੁੱਛਿਆ ਜਾ ਸਕਦਾ। ਹੋ ਸਕਦਾ ਉੱਤੇ ਪੁੱਛ ਲੈਣ ਕਿ ਕਿਸ ਨੇ ਇਹ ਗੱਲ ਕਹੀ, ਫਿਰ ਡਾਕਟਰ ਭੀਮ ਰਾਓ ਅੰਬੇਦਕਰ ਆਵੇਗਾ, ਠੀਕ ਹੈ। ਕਿਸ ਦੇਸ਼ ਦੇ ਰਾਸ਼ਟਰਪਤੀ ਨਾਲ ਤੁਲਨਾ ਕੀਤੀ ਗਈ, ਫਿਰ ਸੰਯੁਕਤ ਰਾਜ ਅਮਰੀਕਾ ਆਵੇਗਾ। ਕਿਸ ਦੇ ਸੰਯੁਕਤ ਰਾਜ ਅਮਰੀਕਾ ਦੇ ਕਿਸ ਅਹੁਦੇ ਨਾਲ ਤੁਲਨਾ ਕੀਤੀ ਗਈ, ਫਿਰ ਰਾਸ਼ਟਰਪਤੀ ਆਵੇਗਾ। ਤਾਂ ਫਿਰ ਜਿਹੜਾ ਅਸੀਂ ਪ੍ਰਸ਼ਨ ਬਣਾਇਆ ਉਹ ਪ੍ਰਧਾਨ ਮੰਤਰੀ ਆਵੇਗਾ। ਮਤਲਬ ਕਿਸੇ ਵੀ ਤਰ੍ਹਾਂ ਇਹਨੂੰ ਕੁਐਸਚਨ ਨੂੰ ਤੁਸੀਂ ਕਰ ਸਕਦੇ ਹੋ ਅਗਰ ਕਨਸੈਪਟ ਕਲੀਅਰ ਹੈ। ਮੰਤਰੀ ਪਰਿਸ਼ਦ ਦਾ ਨਿਰਮਾਣ ਕੌਣ ਕਰਦਾ ਹੈ? ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਪੀਕਰ, ਸੁਪਰੀਮ ਕੋਰਟ। ਧਿਆਨ ਨਾਲ ਸਵਾਲ ਦਾ ਸੁਭਾਅ ਦੇਖਣਾ ਹੈ। ਮੰਤਰੀ ਪਰਿਸ਼ਦ ਦਾ ਨਿਰਮਾਣ ਕੌਣ ਕਰਦਾ ਹੈ? ਪ੍ਰਧਾਨ ਮੰਤਰੀ, ਠੀਕ ਹੈ। ਨਿਰਮਾਣ ਪੁੱਛਿਆ ਹੈ, ਠੀਕ ਹੈ। ਮੰਤਰੀ ਪਰਿਸ਼ਦ ਦਾ ਨਿਰਮਾਣ ਕੌਣ ਕਰਦਾ ਹੈ? ਪ੍ਰਧਾਨ ਮੰਤਰੀ। ਚਲੋ, ਮੰਤਰੀਆਂ ਦੀ ਨਿਯੁਕਤੀ ਕੌਣ ਕਰਦਾ ਆ? ਪ੍ਰਧਾਨ ਮੰਤਰੀ, ਰਾਸ਼ਟਰਪਤੀ, ਸਪੀਕਰ, ਰਾਜਪਾਲ। ਕਰੈਕਟ ਆਪਸ਼ਨ ਹੈ ਵੀ ਇਹ ਰਾਸ਼ਟਰਪਤੀ ਕਰਦਾ। ਸਾਰੀਆਂ ਨਿਯੁਕਤੀਆਂ ਮਤਲਬ ਆਲਮੋਸਟ ਰਾਸ਼ਟਰਪਤੀ ਹੀ ਕਰਦਾ ਆ, ਠੀਕ ਹੈ। ਤੇ ਜਿਹੜੀਆਂ ਮੰਤਰੀ ਦੀਆਂ ਨਿਯੁਕਤੀਆਂ ਨੇ ਇਹ ਪ੍ਰਧਾਨ ਮੰਤਰੀ ਦੀ ਸਲਾਹ ਦੇ ਨਾਲ ਕਰਦਾ। ETT ਸਾਇੰਸ ਵਾਲੇ ਕਿਸੇ ਨੇ ਵੀ ਇਹ ਜਿਹੜਾ ਟੈਸਟ ਮਿਸ ਨਹੀਂ ਕਰਨਾ। ਮੰਤਰੀਆਂ ਦੀ ਨਿਯੁਕਤੀ ਸੰਬੰਧੀ ਕਿਸ ਦਾ ਫੈਸਲਾ ਅੰਤਿਮ ਹੁੰਦਾ ਹੈ? ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਪੀਕਰ, ਸੁਪਰੀਮ ਕੋਰਟ। ਕਰੈਕਟ ਆਪਸ਼ਨ ਹੈ ਵੀ ਪ੍ਰਧਾਨ ਮੰਤਰੀ। ਪ੍ਰਧਾਨ ਮੰਤਰੀ ਜਦੋਂ ਆਪਣੀ ਪਦਵੀ ਤੇ ਨਿਯੁਕਤ ਹੋ ਜਾਂਦਾ, ਪ੍ਰਧਾਨ ਮੰਤਰੀ ਬਣ ਜਾਂਦਾ ਆ, ਫਿਰ ਇੱਕ ਸੂਚੀ ਜਿਹੜੀ ਆ ਰਾਸ਼ਟਰਪਤੀ ਦੇ ਸਾਹਮਣੇ ਪੇਸ਼ ਕਰਦਾ ਕਿ ਮੈਂ ਆ ਮੰਤਰੀ ਜਿਹੜਾ
ਮਤਲਬ ਚੁਣੇ ਆ ਤਾਂ ਫਿਰ ਰਾਸ਼ਟਰਪਤੀ ਫਿਰ ਉਹਨਾਂ ਨੂੰ ਹੀ ਨਿਯੁਕਤ ਕਰਦਾ ਆ। ਉਹ ਸੂਚੀ ਦੇ ਵਿੱਚੋਂ ਨਾ ਤਾਂ ਕੋਈ ਨਾਂ ਕੱਟ ਸਕਦਾ ਰਾਸ਼ਟਰਪਤੀ ਤੇ ਨਾ ਹੀ ਉਹਦੇ ਵਿੱਚ ਕੋਈ ਨਾਂ ਜੋੜ ਸਕਦਾ ਆ। ਠੀਕ ਹੈ, ਅੰਤਿਮ ਫੈਸਲਾ ਮੰਤਰੀ ਪ੍ਰਧਾਨ ਮੰਤਰੀ ਦਾ ਆ। ਠੀਕ ਹੈ, ਅੱਗੇ ਮੰਤਰੀ ਪਰਿਸ਼ਦ ਵਿੱਚ ਕਿੰਨੇ ਤਰ੍ਹਾਂ ਦੇ ਮੰਤਰੀ ਹੁੰਦੇ ਹਨ। ਠੀਕ ਹੈ ਜੀ, ਦੇਖੋ ਸਾਥੀਓ ਆਪਾਂ ਸਾਰੇ ਸਾਥੀਆਂ ਨਾਲ ਲੈ ਕੇ ਚੱਲਣਾ ਜਿਹੜੇ ਜਿਨ੍ਹਾਂ ਨੂੰ ਹਜੇ ਮਤਲਬ ਜਿੱਦਾਂ ETT ਸਾਇੰਸ ਵਾਲੇ ਸਟੂਡੈਂਟਸ ਨੇ ਉਹਨਾਂ ਨੂੰ ਨਹੀਂ ਜ਼ਿਆਦਾ ਪਤਾ ਹੁੰਦਾ। ਠੀਕ ਹੈ, ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ। ਹੁਣ SSC ਮਾਸਟਰ ਕੇਡਰ ਨੂੰ ਤਾਂ ਇਹ ਕੁਐਸਚਨ ਬਹੁਤ ਆਸਾਨ ਲੱਗਣਗੇ, ਇਸ ਕਰਕੇ ਅਸੀਂ ਹਲਕਾ ਤੇ ਭਾਰਾ ਦੋਨੋਂ ਤਰ੍ਹਾਂ ਦੇ ਪ੍ਰਸ਼ਨ ਲੈ ਕੇ ਔਖੇ ਸੌਖੇ ਦੋਨੋਂ ਲੈ ਕੇ ਚੱਲਣੇ ਆ। 2 3 4 5 ਮੰਤਰੀ ਕਿੰਨੇ ਤਰ੍ਹਾਂ ਦੇ ਹੁੰਦੇ ਆ ਵੀ ਮੰਤਰੀ ਪਰਿਸ਼ਦ ਦੇ ਵਿੱਚ ਕਿੰਨੇ ਤਰ੍ਹਾਂ ਦੇ ਹੁੰਦੇ ਆ ਵੀ 4 ਤਰ੍ਹਾਂ ਦੇ। ਠੀਕ ਹੈ, ਕਿਹੜੇ ਕਿਹੜੇ ਮੰਤਰੀ ਹੁੰਦੇ ਆ ਚਲੋ ਵੀ ਦੇਖੋ, ਕੈਬਨਿਟ ਮੰਤਰੀ, ਰਾਜ ਮੰਤਰੀ, ਉਪ ਮੰਤਰੀ ਤੇ ਸੰਸਦੀ ਸਕੱਤਰ। ਠੀਕ ਹੈ, ਚਲੋ ਕਿਹੜੇ ਮੰਤਰੀ ਸਭ ਤੋਂ ਉੱਚੇ ਪੱਧਰ ਦੇ ਮੰਤਰੀ ਹੁੰਦੇ ਆ। ਹੁਣ ਅਸੀਂ 4 ਤਰ੍ਹਾਂ ਦੇ ਮੰਤਰੀ ਕਰ ਲਏ, ਹੁਣ ਇਹਨਾਂ ਵਿੱਚੋਂ ਉੱਚ ਪੱਧਰ ਦੇ ਕਿਹੜੇ ਮੰਤਰੀ ਹੁੰਦੇ ਆ, ਇਹ ਹੁੰਦੇ ਆ ਵੀ ਕੈਬਨਿਟ ਮੰਤਰੀ। ਠੀਕ ਹੈ, ਕੈਬਨਿਟ ਮੰਤਰੀ ਜਿਹੜੇ ਆ ਉੱਚ ਪੱਧਰ ਦੇ ਮੰਤਰੀ ਹੁੰਦੇ ਆ। ਠੀਕ ਹੈ, ਚਲੋ ਮੰਤਰੀ ਮੰਡਲ ਵੱਡਾ ਹੈ ਜਾਂ ਮੰਤਰੀ ਪਰਿਸ਼ਦ। ਅਕਸਰ ਪਤਾ ਕੀ ਹੁੰਦਾ ਆ, ਇਹ ਮੰਤਰੀ ਮੰਡਲ ਮੰਤਰੀ ਪਰਿਸ਼ਦ ਬੋਲਦੇ ਵੇਲੇ ਵੀ ਕਈ ਵੇਲੇ ਸਪੀਚ ਵੀ ਦਿੰਦੇ, ਮਤਲਬ ਇੱਕੋ ਇਹਨਾਂ ਨੂੰ ਇਹਨਾਂ ਦਾ ਮਤਲਬ ਇੱਕੋ ਹੀ ਸਮਝ ਲਿਆ ਜਾਂਦਾ। ਹੁਣ ਦੱਸਣਾ ਕਿ ਮੰਤਰੀ ਮੰਡਲ ਵੱਡਾ ਕਿ ਮੰਤਰੀ ਪਰਿਸ਼ਦ। ਮੰਤਰੀ ਮੰਡਲ ਵੱਡਾ, ਮੰਤਰੀ ਪਰਿਸ਼ਦ ਵੱਡੀ, ਦੋਵੇਂ ਬਰਾਬਰ ਆ ਜੋ ਉਪਰੋਕਤ ਸਾਰੇ। ਕਰੈਕਟ ਆਪਸ਼ਨ ਹੈ ਵੀ ਮੰਤਰੀ ਪਰਿਸ਼ਦ ਦਾ ਖੇਤਰ ਜਿਹੜਾ ਵੱਡਾ ਆ, ਮੰਤਰੀ ਮੰਡਲ ਇਸ ਦਾ ਇੱਕ ਹਿੱਸਾ ਆ। ਬਟ ਹਿੱਸਾ ਵੀ ਕਿਸ ਤਰ੍ਹਾਂ ਦਾ ਹੈ, ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਸਾਰੀਆਂ ਪਾਲਿਸੀਆਂ ਦਾ ਨਿਰਮਾਣ ਮੰਤਰੀ ਮੰਡਲ ਕਰਦਾ ਆ, ਮੰਤਰੀ ਪਰਿਸ਼ਦ ਪੂਰੀ ਨਹੀਂ ਹਿੱਸਾ ਲੈਂਦੀ। ਕੋਈ ਵੀ ਪਾਲਿਸੀ ਦਾ ਨਿਰਮਾਣ ਹੁੰਦਾ ਤਾਂ ਮੰਤਰੀ ਪਰਿਸ਼ਦ ਪੂਰੀ ਹਿੱਸਾ ਨਹੀਂ ਲੈਂਦੀ, ਸਗੋਂ ਮੰਤਰੀ ਮੰਡਲ ਹੀ ਇਹ ਸਾਰਾ ਕੁਝ ਕਰਦਾ ਹੈ। ਮੰਤਰੀ ਮੰਡਲ ਦਾ ਘੇਰਾ ਛੋਟਾ ਆ ਲੇਕਿਨ ਇੰਪੋਰਟੈਂਟ ਆ, ਇਹ ਨੋਟ ਕਰ ਲੈਣਾ। ਕਿਹੜੇ ਮੰਤਰੀ ਕੈਬਨਿਟ ਮੰਤਰੀ ਦੀ ਸਹਾਇਤਾ ਲਈ ਹੁੰਦੇ ਹਨ ਪਰ ਕੈਬਨਿਟ ਮੀਟਿੰਗਾਂ ਵਿੱਚ ਭਾਗ ਨਹੀਂ ਲੈਂਦੇ। ਰਾਜ ਮੰਤਰੀ, ਉਪ ਮੰਤਰੀ, ਵਿਸ਼ੇਸ਼ ਮੰਤਰੀ ਜਾਂ ਫਿਰ ਵਿੱਤ ਮੰਤਰੀ। ਕਰੈਕਟ ਆਪਸ਼ਨ ਵੀ ਰਾਜ ਮੰਤਰੀ। ਇਹ ਕੈਬਨਿਟ ਮੰਤਰੀਆਂ ਦੀ ਸਹਾਇਤਾ ਦੇ ਵਾਸਤੇ ਹੁੰਦੇ ਪਰ ਕੈਬਨਿਟ ਬੈਠਕਾਂ ਦੇ ਵਿੱਚ ਭਾਗ ਨਹੀਂ ਲੈਂਦੇ ਹੈਗੇ ਇਹ। ਠੀਕ ਹੈ, ਚਲੋ ਕਿਹੜੇ ਮੰਤਰੀ ਕੈਬਨਿਟ ਤੇ ਰਾਜ ਮੰਤਰੀ ਦੋਹਾਂ ਦੀ ਸਹਾਇਤਾ ਕਰਦੇ ਆ। ਕਿਹੜੇ ਕਰਦੇ ਵੀ, ਦੋਹਾਂ ਦੀ ਸਹਾਇਤਾ ਕਰਦੇ, ਕੈਬਨਿਟ ਦੀ ਵੀ ਤੇ ਰਾਜ ਵਾਲੇ ਮੰਤਰੀ ਰਾਜ ਮੰਤਰੀ ਦੀ ਵੀ। ਹਾਂ, ਉਪ ਮੰਤਰੀ, ਵਿੱਤ ਮੰਤਰੀ, ਸਹਾਇਕ ਮੰਤਰੀ, ਸੰਸਦੀ ਸਕੱਤਰ। ਕਰੈਕਟ ਆਪਸ਼ਨ ਹੈ ਵੀ ਉਪ ਮੰਤਰੀ। ਉਪ ਮੰਤਰੀ ਦੋਨੋਂ ਦੀ ਸਹਾਇਤਾ ਕਰਦੇ ਆ। ਕੈਬਨਿਟ ਮੰਤਰੀ ਨੇ ਤਾਂ ਕੈਬਨਿਟ ਮੰਤਰੀ ਜਿਹੜੇ ਆਪਣੇ ਰਾਜ ਮੰਤਰੀ ਜਿਹੜੇ ਉਹਨਾਂ ਦਾ ਤਾਂ ਫਰਜ਼ ਹੀ ਆ ਕਿ ਕੈਬਨਿਟ ਮੰਤਰੀਆਂ ਦੀ ਸਹਾਇਤਾ ਕਰਨੀ ਆ, ਲੇਕਿਨ ਉਪ ਮੰਤਰੀ ਦੋਨੋਂ ਦੀ ਸਹਾਇਤਾ ਜਿਹੜੀ ਆ ਕਰਦੇ ਆ। ਸੁਪਰੀਮ ਕੋਰਟ ਦਾ ਜੱਜ ਬਣਨ ਲਈ ਜ਼ਰੂਰੀ ਸ਼ਰਤਾਂ ਹਨ। ਕਿਹੜੀਆਂ ਕਿਹੜੀਆਂ ਸ਼ਰਤਾਂ ਜ਼ਰੂਰੀ ਆ ਵੀ ਘੱਟੋ ਘੱਟ 5 ਸਾਲ ਇੱਕ ਜਾਂ 2 ਉੱਚ ਅਦਾਲਤਾਂ ਵਿੱਚ ਲਗਾਤਾਰ ਜੱਜ ਰਿਹਾ ਹੋਵੇ। ਠੀਕ ਹੈ, ਭਾਰਤ ਦਾ ਨਾਗਰਿਕ ਹੋਵੇ, ਰਾਸ਼ਟਰਪਤੀ ਦੇ ਵਿਚਾਰ ਅਨੁਸਾਰ ਕਾਨੂੰਨੀ ਮਾਹਿਰ ਹੋਵੇ। ਉਪਰੋਕਤ ਸਾਰੇ। ਕਰੈਕਟ ਆਪਸ਼ਨ ਹੈ ਵੀ ਉਪਰੋਕਤ ਸਾਰੀਆਂ ਹੀ ਗੱਲਾਂ ਜ਼ਰੂਰੀ ਆ। ਠੀਕ ਹੈ, 5 ਸਾਲ ਘੱਟੋ ਘੱਟ 5 ਸਾਲ ਇੱਕ ਜਾਂ 2 ਉੱਚ ਅਦਾਲਤ ਮਤਲਬ ਹਾਈ ਕੋਰਟ ਦੇ ਵਿੱਚ। ਠੀਕ ਹੈ ਨਾ, ਇਹ ਉੱਚ ਅਦਾਲਤ ਹਾਈ ਕੋਰਟ, ਸੁਪਰੀਮ ਕੋਰਟ ਉੱਚਤਮ ਅਦਾਲਤ। ਠੀਕ ਹੈ, ਲਗਾਤਾਰ ਜੱਜ ਰਿਹਾ ਹੋਵੇ। ਸਮਾਂ ਵੀ ਨੋਟ ਕਰ ਲੈਣਾ, ਘੱਟੋ ਘੱਟ 5 ਸਾਲ। ਚਲੋ ਵੀ ਅੱਗੇ ਬਿੱਲ ਦੀ ਕਿੰਨਵੀਂ ਪੜਤ ਤੇ ਬਹਿਸ ਹੁੰਦੀ ਆ। ਅਸੀਂ ਦੇਖਿਆ ਸੀ ਨਾ, ਪੜ੍ਹਿਆ ਸੀਗਾ ਕਿ ਬਿੱਲ ਪੇਸ਼ ਹੁੰਦਾ ਆ, ਉਹਦੀਆਂ ਫਿਰ ਪੜਤਾਂ ਹੁੰਦੀਆਂ ਆ। ਹਾਂ, ਕਿੰਨਵੀਂ ਪੜਤ ਤੇ ਬਹਿਸ ਹੁੰਦੀ, ਪਹਿਲੀ, ਦੂਜੀ ਤੇ ਤੀਜੀ ਤੇ ਜਾਂ ਉਪਰੋਕਤ ਸਾਰੀਆਂ ਤੇ ਹੀ ਬਹਿਸ ਹੁੰਦੀ ਆ। ਕਰੈਕਟ ਆਪਸ਼ਨ ਹੈ ਵੀ ਦੂਜੀ ਤੇ। ਪਹਿਲੀ ਪੜਤ ਵਿੱਚ ਸਿਰਫ ਬਿੱਲ ਨੂੰ ਪੜ੍ਹਿਆ ਜਾਂਦਾ ਹੈ, ਦੂਜੀ ਦੇ ਵਿੱਚ ਰੱਜ ਕੇ ਬਹਿਸ ਹੁੰਦੀ ਆ। ਠੀਕ ਹੈ ਨਾ, ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਤੇ ਮਿਲਦੇ ਹਾਂ ਜੀ ਕੱਲ ਨਵੇਂ ਟੈਸਟ ਦੇ ਨਾਲ। ਧੰਨਵਾਦ।